ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਆਪਾਂ ਕਰ ਰਹੇ ਸੀ ਪੰਜਾਬੀ ਦੇ ਮੌਕ ਟੈਸਟ। ਕੱਲ ਆਪਾਂ 15ਵਾਂ ਟੈਸਟ ਕੀਤਾ ਸੀ ਜਿਸ ਵਿੱਚ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਸੀ ਤੇ ਅੱਜ ਆਪਾਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਆਪਣਾ ਪਹਿਲਾ ਪ੍ਰਸ਼ਨ ਸੀ, ਸਾਰਿਆਂ ਨੇ ਆਪਦੇ ਉੱਤਰ ਮਿਲਾ ਕੇ ਵੀਡੀਓ ਦੇ ਲਾਸਟ 'ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਨੰਬਰ ਆਏ ਆ। ਪਹਿਲਾ ਪ੍ਰਸ਼ਨ ਸੀ, ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਕਿਸ ਧਾਤੂ ਤੋਂ ਹੋਈ? ਭਾਸ਼ ਧਾਤੂ ਤੋਂ। ਕੋਸ਼ਕਾਰਾਂ ਦੀ ਨਜ਼ਰ ਵਿੱਚ ਭਾਸ਼ਾ ਕੀ ਹੈ? ਨਿਕਾਸ ਵਿਕਾਸ ਦੇ ਅਰਥਾਂ ਸਮੇਤ ਸ਼ਬਦਾਂ ਦੀ ਸੂਚੀ। ਭਾਸ਼ਾ ਵਿਗਿਆਨ ਪੁਸਤਕ ਦਾ ਕਰਤਾ ਕੌਣ ਹੈ? ਬਲਦੇਵ ਰਾਜ ਗੁਪਤਾ। ਭਾਸ਼ਾ ਨੂੰ ਚਿੰਨ੍ਹਾਂ ਦੀ ਵਿਵਸਥਾ ਕਿਸ ਨੇ ਕਿਹਾ? ਸਸਿਊਰ ਨੇ। ਸੰਸਕ੍ਰਿਤ ਦੇ ਵਿਦਵਾਨ ਪਾਣਿਨੀ ਵੈਦਿਕ ਭਾਸ਼ਾ ਨੂੰ ਕੀ ਕਹਿੰਦੇ ਹਨ? ਛੰਦਿਸ। ਵੈਦਿਕ ਭਾਸ਼ਾ ਦੇ ਕਿਹੜੇ ਕਿਹੜੇ ਲਿੰਗ ਹਨ? ਵੈਦਿਕ ਭਾਸ਼ਾ ਦੇ ਵਿੱਚ 3 ਲਿੰਗ ਆ, ਪੁਲਿੰਗ, ਇਸਤਰੀ ਲਿੰਗ ਤੇ ਨਿਪੁੰਸਕ ਲਿੰਗ। ਇਸ ਲਈ ਸੱਸਾ ਆਪਸ਼ਨ ਠੀਕ ਹੋ ਜਾਂਦੀ ਆ, ਉਪਰੋਕਤ ਸਾਰੇ ਹੀ। ਮੱਧਕਾਲੀਨ ਆਰੀਆ ਭਾਸ਼ਾ ਵਿੱਚ ਕਿੰਨੀਆਂ ਪ੍ਰਮੁੱਖ ਭਾਸ਼ਾਵਾਂ ਹਨ? 3। ਡਾਕਟਰ ਮੋਹਨ ਸਿੰਘ ਅਨੁਸਾਰ ਗੋਰਖਨਾਥ ਦਾ ਸਮਾਂ ਹੈ 10ਵੀਂ ਸਦੀ ਦਾ ਸਮਾਂ। ਜੋਗੀਆਂ ਦੀ ਬੋਲੀ ਵਿੱਚ ਕਿੰਨਾਂ ਸ਼ਬਦਾਂ ਦੀ ਵਰਤੋਂ ਘੱਟ ਹੋਈ ਹੈ? ਵਿਦੇਸ਼ੀ ਸ਼ਬਦਾਂ ਦੀ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿੰਨੇ ਤਰ੍ਹਾਂ ਦੀ ਉਪਬੋਲੀ ਮਿਲਦੀ ਹੈ? 3 ਤਰ੍ਹਾਂ ਦੀ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਮਿਲਦੀਆਂ ਨੇ? ਗਾਥਾ ਜਾਂ ਸੰਸਕ੍ਰਿਤ, ਲਹਿੰਦੀ ਤੇ ਕੇਂਦਰੀ ਪੰਜਾਬੀ ਭਾਸ਼ਾਵਾਂ ਮਿਲਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤੀ ਰਚਨਾ ਕਿਸ ਭਾਸ਼ਾ ਵਿੱਚ ਹੈ? ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਜ਼ਿਆਦਾ ਰਚਨਾ ਉਹ ਹੈ ਬ੍ਰਿਜ ਭਾਸ਼ਾ ਦੇ ਵਿੱਚ। ਪੂਰੇ ਸੰਸਾਰ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ ਹੈ 3064। ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰਯਾਰ ਦੀਆਂ ਰਚਨਾਵਾਂ ਵਿੱਚ ਬਹੁਤੇ ਸ਼ਬਦ ਕਿਹੜੀਆਂ ਭਾਸ਼ਾਵਾਂ ਦੇ ਹਨ? ਅਰਬੀ ਤੇ ਫਾਰਸੀ ਭਾਸ਼ਾਵਾਂ ਦੇ। ਤੇ ਇਹ ਵਾਲੀਆਂ ਸਾਰੀਆਂ ਧੁਨੀਆਂ ਜਿਹੜੀਆਂ ਨੇ ਇਹ ਕਿਹੜੀਆਂ? ਫਾਰਸੀ ਭਾਸ਼ਾ ਦੀਆਂ। ਪ੍ਰਕਿਰਤ ਕੀ ਹੈ? ਆਰੀਆ ਭਾਸ਼ਾ। ਗੁਰਮੁਖੀ ਲਿਪੀ ਜਨਮ ਤੇ ਵਿਕਾਸ ਦਾ ਕਰਤਾ ਹੈ GB ਸਿੰਘ। ਪੰਜਾਬੀ ਭਾਸ਼ਾ ਸੰਸਾਰ ਪੁਸਤਕ ਦਾ ਸੰਪਾਦਕ ਕੌਣ ਹੈ? ਅਮਰਜੀਤ ਸਿੰਘ। ਭਾਸ਼ਾ ਕੀ ਹੈ? ਭਾਸ਼ਾ ਹੈ ਸੰਚਾਰ ਦਾ ਮਾਧਿਅਮ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ ਧੁਨੀ। ਨਾਸਕੀ ਧੁਨੀਆਂ ਨੇ ਨਈਆਂ, ਨਾਣਾ, ਗੰਗਾ, ਨੰਨਾ ਤੇ ਮੰਮਾ। ਸਵਰ ਤੇ ਵਿਅੰਜਨ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ? ਇਹ ਆਉਂਦੇ ਆ ਧੁਨੀ ਦੇ ਵਿੱਚ। ਸਵਰ ਕੀ ਹੈ? ਸਵਰ ਕੀ ਹੈ? ਜਿਸ ਦੇ ਉਚਾਰਨ ਸਮੇਂ ਸਾਹ ਦੀ ਹਵਾ ਮੂੰਹ ਗਤੀ ਨਾਲ ਮੂੰਹ ਪੋਲ ਵਿੱਚੋਂ ਨਿਕਲਦੀ ਹੈ। ਸਵਰਾਂ ਨੂੰ ਵਰਗਬੰਦ ਕਰਨ ਲਈ ਕਿਹੜੇ ਕਿਹੜੇ ਆਧਾਰ ਹਨ? ਜਿਹੜਾ ਸਵਰਾਂ ਦਾ ਵਰਗੀਕਰਨ ਆ ਉਹ ਕੀਤਾ ਜਾਂਦਾ ਹੈ ਮਿਟਵੇਂ ਤੇ ਖੁੱਲ੍ਹੇ ਸਵਰ, ਅਗਲੇ ਤੇ ਪਿਛਲੇ ਸਵਰ, ਗੋਲ ਤੇ ਗੁਲਾਈ ਰਹਿਤ ਸਵਰ। ਉਪਰੋਕਤ ਸਾਰੇ ਹੀ ਆਪਸ਼ਨ ਜਿਹੜੇ ਆ ਠੀਕ ਆ। ਖੁੱਲ੍ਹੇ ਸਵਰ ਕਿਹੜੇ ਹੁੰਦੇ ਹਨ? ਖੁੱਲ੍ਹੇ ਸਵਰ ਆ ਉਚਾਰਨ ਸਮੇਂ ਜਿਹੜੀ ਹੈ ਜੀਭ ਨੀਵੀਂ ਸਥਿਤੀ 'ਚ ਹੋਵੇ ਤੇ ਮੂੰਹ ਦੀਆਂ ਜਿਹੜੀਆਂ ਵਾਸ਼ਾਂ ਵੱਧ ਤੋਂ ਵੱਧ ਖੁੱਲ੍ਹੀਆਂ ਹੁੰਦੀਆਂ ਹਨ। ਮਾਤਰਾ ਦੇ ਆਧਾਰ 'ਤੇ ਸਵਰ ਦੀਆਂ ਕਿਹੜੀਆਂ ਕਿਹੜੀਆਂ ਸ਼੍ਰੇਣੀਆਂ ਹਨ? ਮਾਤਰਾ ਦੇ ਆਧਾਰ 'ਤੇ ਸਵਰ ਜਿਹੜੇ ਆ ਉਹ ਕਿਹੜੇ ਆ? ਹਰਸਵ ਸਵਰ ਤੇ ਦੀਰਘ ਸਵਰ।
ਜੀਭ ਦੀ ਨੋਕ ਨੂੰ ਪਿਛਲੇ ਪਾਸੇ ਉਲਟਾ ਕੇ ਬੋਲਣ ਵਾਲੀਆਂ ਧੁਨੀਆਂ ਨੂੰ ਕੀ ਕਹਿੰਦੇ ਹਨ? ਮੂਰਧਨੀ ਧੁਨੀਆਂ। ਕੱਕਾ, ਖੱਖਾ, ਗੱਗਾ, ਘੱਗਾ ਤੇ ngੰਗਾ ਕਿਸ ਪ੍ਰਕਾਰ ਦੀਆਂ ਧੁਨੀਆਂ ਨੇ? ਇਹ ਹਨ ਕੰਠੀ ਧੁਨੀਆਂ। ਜਦੋਂ ਜੀਭ ਦਾ ਅੱਗਾ ਸਖਤ ਤਾਲੂ ਨਾਲ ਛੋਹੇ ਤਾਂ ਕਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਹਨ? ਤਾਲਵੀ ਧੁਨੀਆਂ। ਪੰਜਾਬੀ ਦੇ ਵਿੱਚ ਵਿਅੰਜਨ ਹਨ 29। ਨੰਨਾ ਕਿਹੜੀ ਧੁਨੀ ਹੈ? ਨਾਸਕੀ। ਉਹ ਧੁਨੀ ਜਿਸ ਦੇ ਉਚਾਰਨ ਸਮੇਂ ਜੀਭ ਦੀ ਨੋਕ ਉਚਾਰਨ ਅੰਗਾਂ ਨੂੰ ਛੂੰਹਦੀ ਹੋਈ ਰੁਕ ਰੁਕ ਕੇ ਕੰਬਦੀ ਹੈ ਤਾਂ ਜਿਹੜਾ ਰਾਰਾ ਕੀ ਹੈ? ਕਾਂਬਵਾਂ ਵਿਅੰਜਨ। ਭਾਸ਼ਕ ਧੁਨੀਆਂ ਦਾ ਅਧਿਐਨ ਹੈ। ਭਾਸ਼ਕ ਧੁਨੀਆਂ ਦਾ ਅਧਿਐਨ ਧੁਨੀ ਵਿਗਿਆਨ ਤੇ ਧੁਨੀਗ੍ਰਾਮ ਵਿਗਿਆਨ। ਹਾਂ ਆਪਸ਼ਨ ਠੀਕ ਹੈ, ਊੜਾ ਤੇ ਐੜਾ ਦੋਨੋਂ ਹੀ। ਧੁਨੀਗ੍ਰਾਮ ਨੂੰ ਕਿੰਨੇ ਹਿੱਸੇ ਵਿੱਚ ਵੰਡਿਆ ਜਾਂਦਾ ਹੈ? ਜਿਹੜੀਆਂ ਧੁਨੀਆਂ ਦੀ ਵੰਡ ਆ ਉਹ ਕੀ ਹੈ? ਦੋ ਆਧਾਰ 'ਤੇ ਕੀਤੀ ਜਾਂਦੀ ਹੈ। ਕਿਹੜੀਆਂ? ਖੰਡੀ ਧੁਨੀਆਂ ਤੇ ਦੂਸਰੀਆਂ ਨੇ ਅਖੰਡੀ ਧੁਨੀਆਂ। ਖੰਡੀ ਧੁਨੀਗ੍ਰਾਮ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਤਾਂ ਜਿਹੜੀਆਂ ਖੰਡੀ ਧੁਨੀਆਂ ਇਹ ਕਿਹੜੀਆਂ ਹੋ ਗਈਆਂ? ਸਵਰ ਧੁਨੀਆਂ, ਦੂਸਰੀਆਂ ਵਿਅੰਜਨ। ਤੇ ਈੜੀ ਕਿਹੜਾ ਸਵਰ ਹੈ? ਈ ਜਿਹੜਾ ਇਹ ਕੀ ਆ? ਉੱਚਾ ਸਵਰ। ਊੜਾ ਕਿਹੜਾ ਸਵਰ ਹੈ? ਊੜਾ ਹੈ ਗੋਲ ਸਵਰ। ਇਹ ਸਵਰ ਦੀ ਵਰਤੋਂ ਜਿਹੜੀ ਆ ਆਦ, ਮੱਧ ਤੇ ਅੰਤ ਤਿੰਨੋਂ ਹੀ ਅਵਸਥਾਵਾਂ ਦੇ ਵਿੱਚ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਕਿਹੜਾ ਵਿਅੰਜਨ ਸ਼ਬਦ ਦੀ ਮੁੱਢ 'ਤੇ ਨਹੀਂ ਆਉਂਦਾ? ਤਾਂ ਜਿਹੜਾ ngੰਗਾ ਵਿਅੰਜਨ ਆ ਇਹ ਕੀ ਹੈ? ਸ਼ਬਦ ਦੇ ਸ਼ੁਰੂ ਵਿੱਚ ਇਸ ਦੀ ਵਰਤੋਂ ਨਹੀਂ ਹੁੰਦੀ। ਵਊਆ ਕਿਹੜਾ ਵਿਅੰਜਨ ਹੈ? ਤਾਂ ਵਊਆ ਕਿਹੜਾ ਵਿਅੰਜਨ ਹੈ? ਸੰਯੁਕਤ ਵਿਅੰਜਨ। ਅੱਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਅੱਧਕ ਦੀ ਵਰਤੋਂ ਦੁੱਤ ਵਿਅੰਜਨਾਂ ਦੇ ਟਾਈਮ ਕੀਤੀ ਜਾਂਦੀ ਹੈ। ਨਾਸਕੀ ਵਿਅੰਜਨ ਕਿਹੜਾ ਹੈ? ਨਾਸਕੀ ਵਿਅੰਜਨ ਹੈ ngੰਗਾ। ਗੁਰਮੁਖੀ ਲਿਪੀ ਵਿੱਚ ਨਾਸਿਕਤਾ ਲਈ ਕਿਹੜੇ ਕਿਹੜੇ ਲਿਪੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ? ਨਾਸਿਕਤਾ ਦੇ ਲਈ ਜਿਹੜੀ ਹੈ ਉਹ ਕੀ ਹੈ? ਬਿੰਦੀ ਤੇ ਟਿੱਪੀ ਦੀ ਵਰਤੋਂ ਹੁੰਦੀ ਹੈ। ਉੱਚੀ ਸੁਰ, ਸਾਵੀਂ ਸੁਰ, ਨੀਵੀਂ ਸੁਰ ਕਿਸ ਦੇ ਤਿੰਨ ਭੇਦ ਆ? ਇਹ ਕੀ ਹੈ? ਸੁਰ ਦੇ। ਰੂਪ ਵਿਗਿਆਨ ਕੀ ਹੈ? ਰੂਪ ਵਿਗਿਆਨ ਭਾਸ਼ਾ ਦੇ ਸ਼ਬਦ ਨਿਰਮਾਣ ਦੀਆਂ ਵਿਧੀਆਂ ਦਾ ਅਧਿਐਨ ਕਰਦਾ ਹੈ। ਕੋਸ਼ਾਂ ਵਿੱਚ ਵਰਤੇ ਜਾਣ ਵਾਲੇ ਆਮ ਸ਼ਬਦਾਂ ਨੂੰ ਕੀ ਕਹਿੰਦੇ ਹਨ? ਜਿਹੜੇ ਕੋਸ਼ ਦੇ ਵਿੱਚ ਆਮ ਸ਼ਬਦ ਆ ਉਹ ਕੀ ਹੁੰਦੇ ਆ? ਮੂਲ ਸ਼ਬਦ ਜਾਂ ਧਾਤੂ ਸ਼ਬਦ ਜਿਸ ਤੋਂ ਹੋਰ ਸ਼ਬਦਾਂ ਦਾ ਨਿਰਮਾਣ ਹੁੰਦਾ ਹੈ। ਸ਼ਬਦਾਂਸ਼ਾਂ ਦੀ ਸਾਰਥਕ ਤੇ ਨਿੱਕੀ ਤੋਂ ਨਿੱਕੀ ਇਕਾਈ ਕਿਹੜੀ ਹੈ? ਰੂਪ ਗ੍ਰਾਮ। ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਰਹਿਤ ਇਕਾਈ ਫਿਰ ਕੀ ਆਊਗਾ? ਧੁਨੀ ਗ੍ਰਾਮ। ਇਹ ਪ੍ਰਸ਼ਨ ਧਿਆਨ ਨਾਲ ਪੜ੍ਹਨਾ। ਇੱਥੇ ਪੁੱਛਿਆ ਸਾਰਥਕ ਇਕਾਈ ਛੋਟੀ ਤੋਂ ਛੋਟੀ ਤੇ ਇੱਥੇ ਅਰਥ ਰਹਿਤ ਇਕਾਈ ਛੋਟੀ ਤੋਂ ਛੋਟੀ। ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਕਿਹੜੀ ਹੈ? ਰੂਪ ਗ੍ਰਾਮ। ਤੇ ਵੱਡੀ ਤੋਂ ਵੱਡੀ ਵਿਆਕਰਨਕ ਇਕਾਈ ਹੈ ਵਾਕ। ਅੱਗੇ ਹੈ ਛੋਟੀ ਤੋਂ ਛੋਟੀ ਵਿਆਕਰਨਿਕ ਇਕਾਈ ਭਾਵਅੰਸ਼। ਇਹ ਕਿਸੇ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਫਿਰ ਹੈ ਵਾਕ ਤੇ ਛੋਟੀ ਤੋਂ ਛੋਟੀ ਵਿਆਕਰਨਿਕ ਇਕਾਈ ਫਿਰ ਭਾਵਅੰਸ਼। ਪੰਜਾਬੀ ਵਿੱਚ ਸ਼ਬਦ ਸ਼੍ਰੇਣੀਆਂ ਹਨ ਕਿੰਨੇ ਤਰ੍ਹਾਂ ਦੀਆਂ ਨੇ? 5 ਤਰ੍ਹਾਂ ਦੀਆਂ। ਤਤਸਮ, ਤਦਭਵ, ਅਰਥ ਤਤਸਮ, ਵਿਦੇਸ਼ੀ, ਦੇਸੀ ਕਿਸ ਦੇ ਰੂਪ ਹਨ? ਤਾਂ ਇਹ ਹਨ ਸ਼ਬਦ ਸ਼੍ਰੇਣੀਆਂ ਦੇ। ਪਾਣਿਨੀ ਦੀ ਰਚਨਾ ਕਿਹੜੀ ਹੈ? ਅਸ਼ਟ ਅਧਿਆਏ। ਪੰਜਾਬੀ ਦੇ ਵਿੱਚ ਨਾਮ ਕਿੰਨੇ ਪ੍ਰਕਾਰ ਦੇ ਆ? 5। ਪੜਨਾਮ ਹਨ
6 ਤਰ੍ਹਾਂ ਦੇ ਤੇ ਵਚਨ ਪੰਜਾਬੀ ਦੇ ਵਿੱਚ 2 ਤਰ੍ਹਾਂ ਦੇ। ਤਾਂ ਲਿੰਗ ਕਿੰਨੇ ਤਰ੍ਹਾਂ ਦੇ ਆ? ਇਹ ਵੀ 2 ਤਰ੍ਹਾਂ ਦੇ ਆ। ਸੰਸਕ੍ਰਿਤ ਭਾਸ਼ਾ ਜਾਂ ਵੈਦਿਕ ਭਾਸ਼ਾ ਵਿੱਚ ਲਿੰਗ ਫਿਰ ਕਿੰਨੇ ਆ? 3। ਕਿਰਿਆ ਦੇ ਮੁੱਖ ਰੂਪ ਹਨ 2। ਉਹ ਸ਼ਬਦ ਕਿਹੜਾ ਵਿਸ਼ੇਸ਼ਣ ਹੈ? ਉਹ ਕੀ ਆ? ਨਿਸ਼ਚੈਵਾਚਕ ਵਿਸ਼ੇਸ਼ਣ। ਇਹ ਸੀ ਸਾਡੇ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ। ਤੇ ਹੁਣ ਸਾਰੇ ਜਣੇ ਆਪਣੇ ਜ਼ਰੂਰ ਨੰਬਰ ਸ਼ੇਅਰ ਕਰ ਦਿਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ। ਥੈਂਕ ਯੂ।